ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੀ ਸਹਿਜਤਾ ਦੇ ਨਾਲ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਆਪ ਸੰਗਤਾਂ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਪਾਵਨ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਕੂ ਕਹਿੰਦਿਆ ਚਾ ਗੇਦਿਆ ਮੱਤੀ ਦੇਂਦਿਆ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰ ਹੈ ਚਿਤ। ਮਹਾਨ ਭਗਤ ਬਾਬਾ ਫਰੀਦ ਜੀ ਮਹਾਰਾਜ ਸੂਫੀ ਸੰਤ ਤਿੰਨਾਂ ਦਾ ਇਹ ਪਵਿੱਤਰ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 1378 ਅੰਗ ਉੱਪਰ ਦਰਜ ਹੈ। ਇਸ ਪਵਿੱਤਰ ਬਾਣੀ ਦੇ ਵਿੱਚ ਫਰੀਦ ਜੀ ਮਹਾਰਾਜ ਹੁਕਮ ਕਰਦੇ ਨੇ, ਫਰੀਦਾ ਕੂ ਕੇਦਿਆ ਚਾ ਗੇਦਿਆ ਮੱਤੀ ਦੇਦਿਆ ਨਿਤ। ਫਰੀਦ ਜੀ ਮਹਾਰਾਜ ਇੱਥੇ ਸਾਨੂੰ ਇਹ ਹੁਕਮ ਦਿੰਦੇ ਨੇ, ਉਪਦੇਸ਼ ਕਰਦੇ ਨੇ, ਕਹਿੰਦੇ ਜੋ ਮਨਮੁਖ ਬੰਦਾ ਹੈ ਉਸਨੂੰ ਕੂਕ ਕੂਕ ਕੇ ਚਾਹੇ ਸਮਝਾ ਲਵੋ, ਉੱਚੀ ਉੱਚੀ ਪੁਕਾਰ ਕਰੋ ਵੀ ਸਿੱਧੇ ਰਸਤੇ ਤੇ ਚੱਲ। ਚਾਂਗੇਂਦਿਆਂ ਭਾਵ ਚਾਂਗ ਮਾਰਨੀ, ਗੁਹਾਰ ਲਗਾਉਣੀ, ਪੁਕਾਰ ਕਰਨੀ, ਚੀਖ ਚੀਖ ਕੇ ਸ਼ੁਭ ਮੱਤ ਉਸਨੂੰ ਚਾਹੇ ਦੇ ਲਵੋ। ਜਿੰਨੀ ਚਾਹੇ ਅਕਲ ਦੀ ਬਾਤ, ਮਤ ਦੀ ਬਾਤ ਉਹਦੇ ਨਾਲ ਤੁਸੀਂ ਕਰੋ, ਕਹਿੰਦੇ ਉਹ ਸੁਧਰੇਗਾ ਨਹੀਂ। ਉਹਦਾ ਕਾਰਨ ਕੀ ਹੈ? ਅਗਲੇ ਬੋਲਾਂ ਵਿੱਚੋਂ ਮਹਾਂਪੁਰਸ਼ ਕਹਿੰਦੇ ਨੇ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫਿਰ ਹੈ ਚਿਤ। ਅਰਬੀ ਦਾ ਲਫ਼ਜ਼ ਹੈ ਸ਼ੈਤਾਨ, ਸਤਨ। ਬਾਈਬਲ ਅਤੇ ਕੁਰਾਨ ਦੇ ਵਿੱਚ ਇਸ ਨੂੰ ਇੱਕ ਫਰਿਸ਼ਤਾ ਦੱਸਿਆ ਹੈ ਜਿਸ ਨੇ ਮਨੁੱਖ ਨੂੰ ਬਦੀ ਵੱਲ ਪ੍ਰੇਰਿਆ ਹੈ।
ਮਨੁੱਖ ਨੂੰ ਜੋ ਪੁੱਠੇ ਰਸਤੇ ਤੇ ਚਲਾਉਂਦਾ ਹੈ। ਕਹਿੰਦੇ ਜਿਹੜਾ ਇਹਨਾਂ ਦੇ ਮਤ ਅਨੁਸਾਰ ਦੁਨੀਆ ਦਾ ਪਹਿਲਾ ਇਨਸਾਨ ਸੀ ਨਾ, ਆਦਮ, ਉਹਨੂੰ ਇਸ ਸ਼ੈਤਾਨ ਨੇ ਹੀ ਧੋਖਾ ਦੇ ਕੇ ਵਰਜਿਤ ਫਲ ਖਵਾਇਆ ਸੀ। ਕੁਰਾਨ ਅਨੁਸਾਰ ਇਹ ਜਿਹੜਾ ਸ਼ੈਤਾਨ ਹੈ ਇੱਕ ਇਕੱਲੇ ਅਗਨ ਤੱਤ ਤੋਂ ਬਣਿਆ ਹੈ। ਆਪਣੇ ਇਨਸਾਨਾਂ ਵਾਂਗੂ 5 ਤੱਤਾਂ ਤੋਂ ਇਹ ਨਹੀਂ ਬਣਿਆ ਗਿਣੀ ਦਾ। ਕਹਿੰਦੇ ਜਦੋਂ ਖੁਦਾ ਨੇ ਮਿੱਟੀ ਤੋਂ ਆਦਮ ਨੂੰ ਰਚਿਆ ਨਾ, ਔਰ ਫਰਿਸ਼ਤਿਆਂ ਨੂੰ ਇੱਕ ਹੁਕਮ ਕੀਤਾ ਵੀ ਇਸ ਆਦਮ ਅੱਗੇ ਸਿਜਦਾ ਕਰੋ, ਸਾਰਿਆਂ ਹੁਕਮ ਦੀ ਤਾਮੀਲ ਕੀਤੀ, ਪਰ ਆਦਮ ਦੇ ਸਾਵੇਂ ਸ਼ੈਤਾਨ ਨਹੀਂ ਚੁੱਕਿਆ। ਖੁਦਾ ਦੀ ਉਸਨੇ ਆਗਿਆ ਨਹੀਂ ਮੰਨੀ। ਖੁਦਾ ਨੇ ਕਾਰਨ ਪੁੱਛਿਆ ਵੀ ਕਿਉਂ ਨਹੀਂ ਝੁਕਿਆ ਤੂੰ ਆਦਮ ਦੇ ਅੱਗੇ। ਕਹਿੰਦਾ ਜੀ ਮੈਂ ਅੱਗ ਤੋਂ ਬਣਿਆ, ਆਦਮ ਮਿੱਟੀ ਤੋਂ ਬਣਿਆ ਹੈ, ਸੋ ਇਹ ਤੱਤ ਮੇਰੇ ਨਾਲੋਂ ਕਮਜ਼ੋਰ ਹੈ, ਇਹਦੀ ਹਸਤੀ ਮੇਰੇ ਸਾਹਮਣੇ ਕੁਝ ਵੀ ਨਹੀਂ ਹੈ। ਹੁਕਮ ਨਾ ਮੰਨਣ ਕਾਰਨ ਸ਼ੈਤਾਨ ਨੂੰ ਖੁਦਾ ਨੇ ਤ੍ਰਿਕਾਰ ਦਿੱਤਾ, ਮਲਾਉਣ ਠਹਿਰਾ ਦਿੱਤਾ, ਬਹਿਸ਼ਤ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ। ਤੇ ਗੁੱਸੇ ਵਿੱਚ ਆਏ ਸ਼ੈਤਾਨ ਨੇ ਇਹ ਬੋਲ ਕਹੇ ਸੀ ਵੀ ਤੂੰ ਮੇਰੇ ਨਾਲ ਚੰਗਾ ਸਲੂਕ ਨਹੀਂ ਕੀਤਾ ਖੁਦਾ। ਜਿਹੜੀ ਆਦਮ ਦੀ ਔਲਾਦ ਹੋਵੇਗੀ ਨਾ, ਜਿਹੜੀ ਮਨੁੱਖਤਾ ਹੋਵੇਗੀ, ਉਹਨਾਂ ਨੂੰ ਮੈਂ ਤੇਰੇ ਵੱਲ ਨਹੀਂ ਆਉਣ ਦੇਵਾਂਗਾ, ਤੇਰੇ ਸ਼ੁਕਰਗੁਜ਼ਾਰ ਨਹੀਂ ਹੋਣ ਦੇਵਾਂਗਾ। ਕਦੇ ਕੁਰਾਨ ਦੀ ਸੂਰਤ ਆਰਾਫ ਪੜ੍ਹਿਓ, ਉਹਦੇ ਵਿੱਚ ਜ਼ਿਕਰ ਮਿਲੇਗਾ ਤੁਹਾਨੂੰ। ਆਪਾਂ ਸ਼ੈਤਾਨ ਕਹਿ ਦਿੰਦੇ ਜਿਹਦਾ ਸੁਭਾਅ ਬੜਾ ਚੰਚਲ ਹੈ, ਮਨ ਨੂੰ ਸ਼ੈਤਾਨ ਕਹਿ ਦਿੰਦੇ ਆ, ਜਾਂ ਜਿਸ ਇਨਸਾਨ ਦਾ ਬੋਲ ਚਾਲ ਠੀਕ ਨਹੀਂ ਹੈ, ਇਲਤਾਂ ਬੜੀਆਂ ਕਰਦਾ, ਉਹਨੂੰ ਸ਼ੈਤਾਨ ਕਹਿ ਦਿੰਦੇ ਆ। ਵੰਜਾਇਆ ਦਾ ਭਾਵ ਹੁੰਦਾ ਹੈ ਵੰਜਣਾ, ਪ੍ਰੇਰਨਾ ਕਰਨੀ, ਤੋਰ ਦੇਣਾ। ਫੇਰੇ ਦਾ ਮਤਲਬ ਗੇੜੇ ਖਾਣੇ, ਭ੍ਰਮਣਾ ਜਾਂ ਵਾਪਸ ਮੁੜ ਪੈਣਾ। ਚਿੱਤ ਅੰਤਸ਼ ਕਰਨ ਦੀ ਚਿੰਤਨ ਕਰਨ ਵਾਲੀ ਬਿਰਤੀ ਨੂੰ ਕਹਿੰਦੇ ਨੇ। ਫਰੀਦ ਜੀ ਕਹਿੰਦੇ ਇਹ ਮਨ ਰੂਪੀ ਸ਼ੈਤਾਨ ਦੇ ਪਿੱਛੇ ਜਿਹੜੇ ਲੋਕ ਚੱਲਦੇ ਨੇ ਨਾ, ਉਹਨਾਂ ਨੂੰ ਲੱਖ ਕੂਕ ਪੁਕਾਰ ਕਰਕੇ ਉਪਦੇਸ਼ ਦਿਓ ਵੀ ਚੰਗੇ ਰਸਤੇ ਤੇ ਆ ਜਾਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡ ਦਿਓ। ਉਹ ਮੁੜ ਨਹੀਂ ਸਕਦੇ, ਉਹ ਇੰਨੇ ਖੁੱਭ ਗਏ ਨੇ ਵਿਕਾਰਾਂ ਵਿੱਚ, ਉਹ ਸ਼ੈਤਾਨ ਦੇ ਪਿੱਛੇ ਲੱਗੇ ਹੋਏ ਨੇ, ਮਨ ਦੇ ਪਿੱਛੇ ਲੱਗੇ ਹੋਏ ਨੇ, ਮਨਮਤ ਵਿੱਚੋਂ ਡੁੱਬੇ ਹੋਏ ਨੇ। ਉਹ ਮਹਾਂਪੁਰਸ਼ਾਂ ਦੀ ਮਤ ਨਾਲ ਸਹਿਮਤ ਨਹੀਂ ਹੁੰਦੇ। ਉਹਨਾਂ ਨੂੰ ਲੱਖ ਸਮਝਾ ਲਵੋ, ਉਹ ਸਿੱਧੇ ਰਸਤੇ ਤੇ ਨਹੀਂ ਚੱਲਣਗੇ। ਬਾਣੀ ਦਾ ਫਰਮਾਨ ਹੈ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ, ਗੱਦੋ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਰੱਬ ਦੀ ਸਿਫਤ ਸਲਾਹ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਨਾ, ਇਹ ਸ਼ੈਤਾਨ ਬੰਦਾ ਨਹੀਂ ਕਰੇਗਾ, ਇਸ ਰਸਤੇ ਤੇ ਨਹੀਂ ਚੱਲੇਗਾ। ਉਹਦੀ ਯਾਰੀ ਮਹਾਂਪੁਰਸ਼ਾਂ ਨਾਲ ਨਹੀਂ ਰਹਿ ਸਕਦੀ, ਉਹ ਸ਼ੈਤਾਨਾਂ ਨਾਲ ਹੀ ਯਾਰੀ ਪਾਉਂਦਾ ਹੈ। ਮਨਮੁਖ ਦੀ ਯਾਰੀ ਮਨਮੁਖਾਂ ਨਾਲ ਹੀ ਹੁੰਦੀ ਹੈ। ਠੱਗਾਂ ਦੇ ਯਾਰ ਠੱਗ ਹੁੰਦੇ ਨੇ, ਚੋਰਾਂ ਦੇ ਯਾਰ ਚੋਰ ਹੁੰਦੇ ਨੇ, ਸਾਧਾਂ ਦੇ ਯਾਰ ਸਾਧ ਹੁੰਦੇ ਨੇ। ਸੋ ਉਦਾਹਰਣ ਕੀ ਮਹਾਰਾਜ ਦਿੰਦੇ ਨੇ, ਕਹਿੰਦੇ ਜਿਹੜਾ ਗਧਾ ਹੁੰਦਾ ਨਾ, ਖੋਤਾ, ਲੱਖ ਉਹਦੇ ਤੇ ਚੰਦਨ ਰਗੜ ਦੋ ਵੀ ਖੁਸ਼ਬੋਈ ਆਵੇ,
ਉਹਦਾ ਸੁਭਾਅ ਹੈ ਭਸਮ ਵਿੱਚ, ਮਿੱਟੀ ਵਿੱਚ ਹੀ ਲੇਟੇਗਾ। ਉਹ ਮੱਖੀ ਨੇ ਗੰਦਗੀ ਤੇ ਹੀ ਬਹਿਣਾ ਹੈ, ਕਦੇ ਫੁੱਲਾਂ ਤੇ ਬੈਠੀ ਵੇਖੀ ਹੈ। ਮਨਮੁਖ ਬੰਦਾ ਇੱਦਾਂ ਦਾ ਹੈ, ਗਧੇ ਵਰਗਾ ਹੈ। ਉਹ ਮੱਖੀਆਂ ਦੀ ਨਿਆਈ ਵਿਕਾਰਾਂ ਵਿੱਚ ਹੀ ਉਡਾਰੀਆਂ ਮਾਰਦਾ ਹੈ। ਕਊਏ ਵਾਂਗੂ ਗੰਦਗੀ ਵਿੱਚ ਹੀ ਚੁੰਝ ਮਾਰੇਗਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਗੰਦਗੀ ਵਿੱਚ ਹੀ ਉਹਦਾ ਜੀਵਨ ਬਤੀਤ ਹੋਵੇਗਾ। ਜਿਵੇਂ ਮਹਾਰਾਜ ਕਹਿੰਦੇ ਨੇ ਨਾ, ਲੋਹਾ ਮਾਰਨ ਪਾਈ ਹੈ, ਢਹੈ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ, ਬੋਲੇ ਸਦਾ ਵਿਨਾਸ਼। ਕਪਾਹ ਬੜੀ ਕੋਮਲ ਹੁੰਦੀ ਹੈ, ਸੌਫਟ ਹੁੰਦੀ ਹੈ, ਉਹਦੇ ਤੋਂ ਵਸਤਰ ਤਿਆਰ ਹੁੰਦੇ ਨੇ। ਤੁਸੀਂ ਆਖੋ ਵੀ ਜੇ ਲੋਹੇ ਨੂੰ ਮਾਰਨ ਪਾ ਕੇ ਪਿਘਲਾ ਲਿਆ ਜਾਵੇ ਤੇ ਉਹ ਕਪਾਹ ਵਰਗਾ ਕੋਮਲ ਹੋ ਜਾਵੇ, ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ। ਮਨਮੁਖ ਗੁਰਮੁਖ ਬਣ ਜਾਵੇ ਬੜਾ ਮੁਸ਼ਕਲ ਹੈ। ਮੂਰਖ ਸੂਝਵਾਨ ਹੋ ਜਾਵੇ ਇਹ ਬੜੀ ਮੁਸ਼ਕਲ ਹੈ। ਮਨਮੁਖ ਲੋਕ ਸਮਝਾਈਐ, ਕਦੋਂ ਸਮਝਾਇਆ ਜਾਏ। ਮਨ ਮੁਖ ਰਲਾਇਆ ਨਾ ਰਲੈ, ਪਿਆ ਕਿਰਤ ਫਿਰਾਏ। ਮਨਮੁਖ ਨੂੰ ਜ਼ੋਰ ਲਾ ਕੇ ਤੁਸੀਂ ਸਮਝਾਓ, ਗੁਰੂ ਵੱਲੋਂ ਮੁਖ ਮੋੜੀ ਬੈਠਾ ਹੈ, ਉਹ ਸਿੱਧੇ ਰਸਤੇ ਤੇ ਨਹੀਂ ਚੱਲੇਗਾ। ਉਹਦੀ ਕਰਮਗਤ ਐਸੀ ਹੈ, ਉਹਨੇ ਗਲਤ ਰਸਤੇ ਤੇ ਹੀ ਤੁਰਨਾ ਹੈ। ਮਨਮੁਖ ਮਨ ਹਠ ਹਾਰਿਆ, ਕੂੜ ਕੁਸਤ ਕਮਾਏ। ਨਾਨਕ ਗੁਰਮੁਖ ਸੱਚ ਕਮਾਵੇ, ਮਨਮੁਖ ਆਵੇ ਜਾਏ। ਇਹੀ ਕਾਰਨ ਹੈ ਸੰਸਾਰ ਵੱਲੋਂ ਮਨਮੁਖ ਮੁੜਦਾ ਨਹੀਂ ਹੈ, ਸੰਸਾਰ ਵਿੱਚ ਹੀ ਫਿਰ 84 ਲੱਖ ਜੂਨਾਂ ਭੋਗਦਾ ਹੈ। ਤੇ ਗੁਰਮੁਖ ਨਿਰੰਕਾਰ ਨਾਲ ਜੁੜਿਆ ਹੋਣ ਕਰਕੇ ਨਜ਼ਾਤ ਹਾਸਲ ਕਰ ਲੈਂਦਾ ਹੈ, ਸੱਚ ਦੀ ਪ੍ਰਾਪਤੀ ਕਰ ਲੈਂਦਾ ਹੈ। ਜਿਹੜੇ ਮਨਮੁਖ ਨੇ ਨਾ, ਮਨਮੁਖ ਕੰਟੀਨਿਊ ਕਮਿੰਗ ਐਂਡ ਗੋਇੰਗ ਇਨ ਰੀਇਨਕਾਰਨੇਸ਼ਨ, ਆਵਾਗਮਨ ਵਿੱਚ ਪਿਆ ਰਹਿੰਦਾ ਹੈ। ਗੁਰਮੁਖ ਨਜ਼ਾਤ ਹਾਸਲ ਕਰ ਲੈਂਦੇ ਨੇ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ, ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ। ਸੋ ਬੜਾ ਮੁਸ਼ਕਲ ਹੈ। ਮੁਰਸ਼ਦਾਂ ਕੋਲੋਂ ਵੀ ਮਨਮੁਖ ਸਮਝਾਏ ਨਹੀਂ ਜਾ ਸਕੇ, ਗੁਰਮੁਖਾਂ ਕੋਲੋਂ ਵੀ ਮਨਮੁਖ ਸਮਝਾਏ ਨਹੀਂ ਜਾ ਸਕੇ। ਲੱਖ ਚੰਦਨ ਸੁਗੰਧੀਆਂ ਫੈਲਾਵੇ, ਵਾਂਸ ਚੰਦਨ ਨਹੀਂ ਬਣਦਾ, ਬਾਕੀ ਸਾਰੇ ਰੁੱਖ ਚੰਦਨ ਹੋ ਜਾਂਦੇ ਨੇ ਉਹਦੀ ਸੰਗਤ ਵਿੱਚ ਰਹਿੰਦੇ ਹੋਏ। ਬਾਂਸ ਵਡਾਈ ਬੂਢਿਆਇਓ ਮਤ ਡੂਬਾ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਵੀਰ ਜੀ ਮਹਾਰਾਜ ਕਹਿੰਦੇ ਹੰਕਾਰ ਬੜਾ ਹੁੰਦਾ ਹੈ ਬਾਂਸ ਨੂੰ, ਮੈਂ ਉੱਚਾ ਲੰਮਾ, ਇਹ ਛੋਟੇ ਜਿਹੇ ਚੰਦਨ ਦੀ ਮੈਂ ਸੰਗਤ ਮਾਣ ਕੇ ਚੰਦਨ ਕਿਉਂ ਹੋਵਾਂ। ਮਨਮੁਖ ਨੂੰ ਹੰਕਾਰ ਬੜਾ ਹੁੰਦਾ ਹੈ, ਜਾਤ ਦਾ, ਪਾਤ ਦਾ, ਵਰਣ ਦਾ, ਪੈਸੇ ਦਾ, ਤਖਤੋ ਤਾਜ ਦਾ। ਤੇ ਬਾਂਸ ਦਾ ਮੁੱਲ ਵੀ ਕੁਝ ਨਹੀਂ ਹੈ, ਚੰਦਨ ਕਰੋੜਾਂ ਵਿੱਚ ਵਿਕਿਆ। ਗੁਰਮੁਖਾਂ ਦੀ ਦੁਨੀਆ ਤੇ ਜੈ ਜੈਕਾਰ ਹੈ, ਮਨਮੁਖਾਂ ਨੂੰ ਲੋਕ ਲਾਹਨਤਾਂ ਪਾਉਂਦੇ ਨੇ। ਸੋ ਬੜਾ ਮੁਸ਼ਕਲ ਹੈ ਬਾਂਸ ਚੰਦਨ ਹੋ ਜਾਵੇ, ਬੜਾ ਮੁਸ਼ਕਲ ਹੈ ਮਨਮੁਖ ਗੁਰਮੁਖ ਬਣ ਜਾਵੇ। ਫਰੀਦ ਜੀ ਮਹਾਰਾਜ ਅੱਗੇ ਹੁਕਮ ਕਰਦੇ ਨੇ, ਫਰੀਦਾ ਥਿਓ ਪਵਾਹੀ ਦੱਬ। ਇੱਥੇ ਥਿਓ ਦਾ ਭਾਵ ਹੈ ਹੋ ਜਾ। ਕੀ ਹੋ ਜਾ ਪੁੱਛੋ ਫਰੀਦ ਜੀ ਨੂੰ। ਪਵਾਹੀ, ਪਏ ਨੂੰ ਕਹਿ ਦਿੱਤਾ ਜਾਂਦਾ, ਰਸਤੇ ਨੂੰ ਕਹਿ ਦਿੱਤਾ ਜਾਂਦਾ ਹੈ। ਕਹਿੰਦੇ ਜਿਹੜਾ ਰਸਤਾ ਹੁੰਦਾ ਹੈ ਨਾ, ਪਹਿਹਾ ਹੁੰਦਾ ਹੈ, ਉਹਦੇ ਤੇ ਇੱਕ ਦੱਬ ਉੱਗਦੀ ਹੈ, ਲੰਮਾ ਘਾਹ ਹੁੰਦਾ ਹੈ, ਜ਼ਿਆਦਾ ਮੰਡ ਦੇ ਇਲਾਕੇ ਵਿੱਚ ਹੁੰਦਾ ਹੈ। ਕਹਿੰਦੇ ਕੁਸ਼ਾ ਵਰਗਾ ਹੋ ਜਾ, ਘਾਹ ਵਰਗਾ ਹੋ ਜਾ, ਦੱਬ ਵਰਗਾ ਹੋ ਜਾ। ਕਿਸ ਕਾਰਨ ਦੱਬ ਵਰਗੇ ਹੋਣਾ ਹੈ? ਅੱਗੇ ਮਹਾਰਾਜ ਫਰੀਦ ਜੀ ਕਹਿੰਦੇ ਨੇ, ਜੇ ਸਾਈਂ ਲੋੜ ਹੈ ਸਭ। ਕਹਿੰਦੇ ਨੇ ਜੇ ਸਾਈਂ ਨੂੰ, ਸੁਆਮੀ ਨੂੰ, ਪਰਮੇਸ਼ਵਰ ਨੂੰ ਲੋੜਦਾ ਹੈ, ਚਾਹੁੰਦਾ ਹੈ, ਤੈਨੂੰ ਆਵਸ਼ਕਤਾ ਹੈ,
ਜ਼ਰੂਰਤ ਹੈ ਉਸ ਦੀ ਪ੍ਰਾਪਤੀ ਦੀ। ਅੱਗੇ ਕਹਿੰਦੇ ਨੇ ਇੱਕ ਛਿਜ ਹੈ ਬਿਆ ਲਿਤਾੜੀਆ ਹੈ। ਜਿਹੜਾ ਛਿਜੈ ਲਫ਼ਜ਼ ਹੈ ਨਾ, ਸਿੰਧੀ ਵਿੱਚ ਛਿਜਣ ਦਾ ਮਤਲਬ ਹੁੰਦਾ ਹੈ ਟੁੱਟ ਜਾਣਾ। ਸੰਸਕ੍ਰਿਤ ਵਿੱਚ ਛਿਜਣ ਦਾ ਭਾਵ ਹੁੰਦਾ ਹੈ ਨਾਸ਼ ਹੋ ਜਾਣਾ, ਟੁੱਟ ਜਾਣਾ। ਉਹਨੂੰ ਦੱਬ ਨੂੰ ਨਾ ਤੋੜਿਆ ਜਾਂਦਾ ਹੈ, ਭਾਵ ਕੱਟਿਆ ਜਾਂਦਾ ਹੈ ਰਸਤੇ ਚੋਂ। ਜਿਹੜਾ ਅੱਗੇ ਲਫ਼ਜ਼ ਵਰਤਿਆ ਹੈ ਮਹਾਂਪੁਰਸ਼ਾਂ ਨੇ ਬਿਆਹ, ਪ੍ਰਾਕਿਰਤ ਭਾਸ਼ਾ ਦੇ ਵਿੱਚ ਬੇ ਦੋ ਨੂੰ ਕਹਿੰਦੇ ਨੇ, ਦੂਸਰੇ ਨੂੰ ਕਹਿੰਦੇ। ਜਿਹੜੀ ਦੱਬ ਸੀ ਨਾ, ਉਹਦੇ ਨਾਲ ਦੋ ਤਰ੍ਹਾਂ ਦਾ ਵਰਤਾਓ ਕੀਤਾ ਗਿਆ। ਪਹਿਲਾ ਤੇ ਉਸ ਨੂੰ ਛਿਜੈ, ਕੱਟਿਆ ਗਿਆ, ਪੁੱਟਿਆ ਗਿਆ। ਫਿਰ ਕਹਿੰਦੇ ਉਸ ਨੂੰ ਲਤਾੜਨਾ ਕੀਤਾ ਹੈ, ਲਤਾੜੀਆ ਹੈ। ਪੈਰਾਂ ਹੇਠ ਉਹਨੂੰ ਕੁਚਲਿਆ, ਕੱਟ ਵੱਢ ਕੇ ਨਾ ਚੰਗੀ ਤਰ੍ਹਾਂ ਉਹਨੂੰ ਕੁਚਲਦੇ ਨੇ। ਅੱਗੇ ਫਰੀਦ ਜੀ ਕਹਿੰਦੇ ਨੇ ਤਾਂ ਸਾਈਂ ਦੈ ਦਰ ਵਾੜੀਆ ਹੈ। ਉਹ ਜਿਹੜਾ ਸਾਈਂ ਹੈ, ਮਾਲਕ ਹੈ, ਫਿਰ ਉਹ ਜਿਹੜੀ ਦੱਬ ਸੀ ਨਾ, ਉਹਦੇ ਦਰ ਤੇ ਪ੍ਰਵਾਨ ਹੋਈ। ਤੁਸੀਂ ਪੁੱਛੋਗੇ ਵੀ ਇਹ ਕੀ ਕਹਾਣੀ ਹੋਈ, ਦਰ ਦੇ ਭੀਤਰ ਦੱਬ ਕਿਵੇਂ ਚਲੀ ਗਈ, ਦਰਬਾਰ ਵਿੱਚ ਦੱਬ ਕਿਵੇਂ ਚਲੀ ਗਈ, ਕਿਸ ਨੇ ਉਸ ਨੂੰ ਪ੍ਰਵੇਸ਼ ਦੇ ਦਿੱਤਾ। ਵੇਖੋ ਤੁਸੀਂ ਦੱਬ ਦਾ, ਤੀਲਿਆਂ ਦਾ ਆਸਣ ਵੇਖਿਆ ਹੋਵੇਗਾ, ਚਟਾਈ ਵੇਖੀ ਹੋਵੇਗੀ, ਜੋ ਮੰਦਰਾਂ ਦੇ ਬਾਹਰ ਪਈ ਹੁੰਦੀ ਹੈ ਪੈਰ ਪੂੰਝ ਕੇ ਅੰਦਰ ਜਾਣ ਲਈ, ਮਸਜਿਦ ਦੇ ਬਾਹਰ ਪਈ ਹੁੰਦੀ ਹੈ, ਗੁਰਦੁਆਰਿਆਂ ਦੇ ਬਾਹਰ ਪਈ ਹੁੰਦੀ ਹੈ ਵੀ ਪੈਰ ਪੂੰਝ ਕੇ ਅੰਦਰ ਜਾਓ। ਇਹ ਦੱਬ ਤੋਂ ਬਣਦੀ ਹੈ। ਉਹ ਦੱਬ ਨੂੰ ਪੁੱਟ ਲੈਂਦੇ ਨੇ ਮੰਡ ਦੇ ਇਲਾਕੇ ਚੋਂ, ਉਹਨੂੰ ਫਿਰ ਲਤਾੜਿਆ ਜਾਂਦਾ ਹੈ। ਕੱਟਣ ਤੋਂ ਬਾਅਦ, ਪੁੱਟਣ ਤੋਂ ਬਾਅਦ ਉਹਨੂੰ ਲਤਾੜਦੇ ਨੇ ਪੈਰਾਂ ਦੇ ਨਾਲ। ਇੱਕ ਇੱਕ ਤੀਲਾ ਕਰਕੇ ਇੱਕ ਆਸਣ ਤਿਆਰ ਹੁੰਦਾ ਹੈ, ਕੁਸ਼ਾ ਦਾ, ਦੱਬ ਦਾ, ਚਟਾਈ ਤਿਆਰ ਹੁੰਦੀ ਹੈ। ਫਿਰ ਉਹ ਕਿਸੇ ਦਰਬਾਰ ਦੇ ਬਾਹਰ, ਸਤ ਸੰਗਤ ਦੇ ਬਾਹਰ, ਮੰਦਰ ਦੇ ਬਾਹਰ, ਗੁਰਦੁਆਰੇ ਦੇ ਬਾਹਰ, ਮਸਜਿਦ ਦੇ ਬਾਹਰ ਵਿਛਾਈ ਜਾਂਦੀ ਹੈ, ਸਾਈਂ ਦੇ ਦਰ ਉੱਤੇ ਵਿਛਾਈ ਜਾਂਦੀ ਹੈ। ਲੋਕ ਪੈਰ ਪੂੰਝ ਕੇ ਲੰਘਦੇ ਨੇ। ਜਿਹੜਾ ਕਿਧਰੇ ਮੰਡਾਂ ਵਿੱਚ ਰੁਲਦਾ ਘਾਹ ਸੀ ਨਾ, ਅੱਜ ਸਾਈਂ ਦੇ ਦਰ ਤੇ ਪ੍ਰਵਾਨ ਹੋ ਗਿਆ। ਕੱਲਾ ਪੈਰ ਹੀ ਨਹੀਂ ਪੂੰਝਦੇ, ਇੱਕ ਪੂੰਝ ਕੇ ਅੱਗੇ ਲੰਘ ਜਾਂਦਾ ਤੇ ਦੂਜਾ ਉਸ ਚਰਨ ਧੂੜੀ ਨੂੰ ਮਸਤਕ ਨਾਲ ਲਾਉਂਦਾ ਹੈ, ਉਸ ਚਟਾਈ ਤੇ ਮੱਥਾ ਟੇਕਦਾ ਹੈ। ਫਰੀਦ ਜੀ ਸਮਝਾਉਂਦੇ ਨੇ ਸਾਈਂ ਦੇ, ਖੁਦਾ ਦੇ, ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਹੈ ਤੇ ਦੱਬ ਵਰਗੀ ਨਿਮਰਤਾ ਧਾਰ। ਕੋਈ ਮੰਦਾ ਬੋਲੇ, ਜਰਨਾ ਸਿੱਖ ਲਾ, ਕੋਈ ਨੁਕਸਾਨ ਕਰੇ, ਖਿਮਾ ਕਰਨੀ ਸਿੱਖ ਲੈ। ਗਰੀਬ ਗੁਰਬੇ ਤੇ ਦਇਆ ਕਰਿਆ ਕਰ। ਦਇਆ, ਖਿਮਾ, ਇਹ ਉਹ ਮਹਾਨ ਗੁਣ ਨੇ ਜਿਨ੍ਹਾਂ ਦੇ ਕਾਰਨ ਪਰਮੇਸ਼ਵਰ ਦੇ ਦਰ ਤੇ ਪ੍ਰਵਾਨਗੀ ਮਿਲਦੀ ਹੈ। ਨਿਮਰਤਾ ਤੋਂ ਬਿਨਾਂ ਪ੍ਰਮਾਤਮਾ ਨਹੀਂ ਮਿਲਦਾ। ਇੱਕ ਸੂਫੀ ਫਕੀਰ ਹੋਇਆ ਹੈ ਬਾਬਾ ਫਰੀਦ ਜੀ ਵਾਂਗੂ, ਸੁਲ੍ਹਾ ਕੁਲ ਦੀ ਬਾਤ ਕਰਨ ਵਾਲਾ, ਸਾਰੇ ਧਰਮਾਂ ਦਾ ਅਦਬ ਕਰਨ ਵਾਲਾ। ਉਹਦੇ ਅਰਬੀ ਫਾਰਸੀ ਦੇ ਬੋਲ ਨੇ ਅਜ਼ਰਾਹੇ ਚੁਨਾਰ ਕੇ ਸਲਾਮਤ ਨਾ ਕੁਨਦ। ਕਹਿੰਦਾ ਇਹ ਜਦੋਂ ਰਸਤੇ ਵਿੱਚ ਚੱਲੇ ਨਾ, ਰਸਤੇ ਵਿੱਚ ਆਕੜ ਕੇ ਨਾ ਚੱਲ, ਇਸ ਤਰੀਕੇ ਦੇ ਨਾਲ, ਢੰਗ ਦੇ ਨਾਲ ਨਾ ਚੱਲ ਵੀ ਕੋਈ ਤੇਥੋਂ ਡਰ ਜਾਵੇ ਤੇ ਮਜਬੂਰ ਹੋ ਕੇ ਤੈਨੂੰ ਸਲਾਮ ਕਰੇ, ਤੇਰੇ ਅੱਗੇ ਝੁਕ ਜਾਵੇ, ਸਿਜਦਾ ਕਰੇ। ਆਪਣੀ ਸ਼ਕਤੀ ਦਾ, ਆਪਣੇ ਧਨ ਦਾ, ਆਪਣੇ ਰੁਤਬੇ ਦਾ, ਆਪਣੇ ਹੁਸਨ ਦਾ, ਆਪਣੇ ਜੋਬਨ ਦਾ ਇਸ ਢੰਗ ਦੇ ਨਾਲ ਪ੍ਰਦਰਸ਼ਨ ਨਾ ਕਰ ਵੀ ਕੋਈ
तेरे सावें चुक जावे, तेथों भय भीत हो जावे। वो महापुरुष अगे कहते ने, बा खलक चुना जी के कयामत ना कुनद। फिर किस ढंग नाल विचरना चाहिए है दुनिया अंदर? कहते इस ढंग नाल विचर जिथे भी रवे ना उथे प्रेम ही वंडे, किते क्यामत ना ले आवे। कई बंदे जून बंदे दी चाहे हुंदे ने, कर्म पशुआं वाला हुंदा है। बंदे कादे हुंदे ने? चंगियाड़े ही हुंदे ने। जिथे बैठणगे भांबड़ बाल दिंदे ने, अग ला दिंदे ने। जेड़े भाईचारे विच, जेड़े परिवार विच बैठ जाण ना, एक बार तोड़ के रख दिंदे ने, सब कुछ खिलार के रख दिंदे ने। बस अग दे भांबड़ उन्हां दे अंदर मचदे रहिंदे ने। इदां ना लोकां विच रह भी अग ही ला छड्डें, चंगियाड़ियां ही बाल छड्डें, लोकां विच कंधां ही करवा दवें, प्रेम वंडिया कर। वो महापुरुष कहंदा है, दर मस्जिद गर रवि के कुना जो के तुरा। जे वाकया ही खुदा दी प्राप्ति दा तैनूं चाह है ना, इच्छा है, इबादत करना चाहना है, ओदी मस्जिद जाके ਉਹਦੇ गीत गाउना चाहना है, खुदा नूं प्राप्त करन दी इच्छा है तेरे अंदर, पता किस तरह जाई? पुछो संत जी किवें जाइए? मंदिरां विच, मस्जिदां विच, गुरद्वारियां विच। दरपेश ना खुव नाहनद, ओ इमामत ना कुनद। वो कहंदा है, जदों धार्मिक स्थान ते जावें, जदों मस्जिद विच जावें, इमाम बनन दी कोशिश ना करी। इमाम की हुंदा है? अरबी दा लफ्ज़ है, धर्म दे आचार्यां नूं कहिंदे ने, आगू नूं कहिंदे ने। कहंदे अगे अगे होण दी बहुती कोशिश ना करी, बहुता अगाह होण दी कोशिश ना करी। किते आखें भी सारे मेरे पिछे ही आके नमाज पढ़न, सारी खलकत मेरे पिछे ही चल पवे, मैं ही एक आगू बन जावां, नंबर 1 हो जावां, बाकी सब नंबर 2 ने। कहंदे ये जज्बा ना रखी भी मैं पहले नंबर ते अवल हाँ, दूसरे सारे मेरे पिछे ने। इत्थे प्रवान वो है जिहड़ा पिछे रहिंदा है, जिहड़े अपने आप नूं आगू समझदे ने। ये हंकार चुकी फिरदे ने। हंकारी बंदा खुदा दे दर ते कबूल नहीं हुंदा। खुदा नूं सेवादार चाहिए ने, शरीक नहीं चाहिए। उन्होंने निमरतावान चाहिए ने, हंकारी नहीं चाहिए। यही कारण है सिख जगत नूं ये सिद्धांत सौंपिया गया भी जदों भी गुरु घर आउणा है, बाहर दरवाजे दे उत्ते जिहड़ी चटाई पई है ना, जो संगतां दे जोड़े पए ने, उन्हां नूं झाड़ के मस्तक नाल ला। वो पाएदान ते पई हुई जिहड़ी चरण धूड़ी है, उन्हों मस्तक नाल ला। उस खाक नूं मस्तक नाल ला ते ये मन विच धार लै, ऐ गुरु नानक गुरु हरकृष्ण, मैं इमाम नहीं, मैं तेरा शरीक नहीं, तेरा सेवादार हाँ। मेरी औकात इस धूड़ी नालों वध के कुछ भी नहीं है। बाणी दा फरमान है, ये मैं नहीं कहंदा भी धूड़ मथे नूं लाओ। बाणी कहंदी है, जन नानक मंगै धूड़ तिन, जो गुर के सिख मेरे भाई। गुरु साहब कहंदे जिहड़े मेरे गुरु दे सिख ने, जिहड़े सत संगी ने, उन्हां दे चरनां दी धूड़ मंगिया कर। की होएगा फिर? हर दरगह ते मुख उज्जले बहु शोभा, पाई दरगाह ताई उज्जल जावेगा तू। लोक सौरेगा, परलोक भी तेरा सौर जावेगा, तेरी दुनिया ते शोभा होवेगी। ऑलवेज beg for the dust of the feet of the Gursikhs। ਧੂੜੀ ਮੰਗਿਆ ਕਰ ਉਹਨਾਂ ਦੇ ਚਰਨਾਂ ਦੀ। ਕਹਿੰਦੇ ਨੇ ਖੁਦਾਇਆ ਦੇ ਦਰਬਾਰ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ। ਇਨ ਦਾ ਕੋਰਟ ਆਫ ਦਾ ਲਾਰਡ ਯੂ ਵਿਲ obtain glory। ਉੱਥੇ ਵੀ ਤੈਨੂੰ ਸਰੋਪੇ ਪੈਣਗੇ। ਨਿਮਰਤਾ ਵਾਲਾ ਪ੍ਰਵਾਨ ਹੈ। ਜੇ ਕੋਈ ਰੱਬ ਦੇ ਘਰ ਧਾਰਮਿਕ ਅਸਥਾਨਾਂ ਦੇ ਉੱਤੇ
ऐसा जज्बा दिखावे ना भी मैं कुछ हाँ, मैं इमाम हाँ, मैं अवल हाँ, मैं पहले नंबर ते हाँ, बाकी मेथों पिछे ने। ते कहंदे इस गल दा ख्याल रखी, उन्हां नूं ये इल्म ही नहीं है भी रब किवें मिलदा है, उन्हां नूं समझ ही नहीं है भी रब किवें मिलदा है। बड़ा सुंदर फुरमान है बाबा कबीर जी का। वो पता की समझाउंदे ने, कहंदे देख परमात्मा का नाम है खंड वर्गा बरीक, ते खिलरिया होया है रेत विच। रेत कादी है दुनिया विच? वासनावां दी, काम क्रोध लोभ मोह हंकार दी। ते कहंदे ने वासनावां दी रेत विच जो खुदा दा नाम रूपी खंड है ना, ये चुगना बड़ा औखा है। बंदा हंकार विच मस्त होए हाथी वर्गा है। ते हाथी की करदा है? जदों इस रेत विचों खंड नूं चुगना चाहुंदा है ना, वो सुंड दे नाल छूंट मारदा है। वो खंड दा ते एक अद्धा किणका ही उहदी सुंड विच आउंदा, रेत बहुती आ जांदी है। रेत ही वो चखदा रहिंदा है, ਉਹਨੂੰ ਇਹ आनंद नहीं आउंदा, नाम रस की ਉਹਨੂੰ प्राप्ति नहीं हुंदी। ਜਿਹੜੀ कीड़ी है ना, कीड़ी वो विकारां दी रेत विचों चुन चुन के खंड चख लैंदी है। ਜਿਹੜਾ कीड़ी वांग निमरतावान है, ਜਿਹੜਾ कीड़ी वांग निर्माण है, ਜਿਹੜਾ गुरु दे दर उत्ते हाथी नहीं कीड़ी बन के आउंदा है, नीवा होके आउंदा है। जात कुल धन जोबन रुतबा प्रभता नूं छड्ड के आउंदा है, इस अहंकार नूं छड्ड के आउंदा है, माण नूं त्याग के आउंदा है। वो कीड़ीवत नाम रस दा आनंद पा सकदा है, परमात्मा दी प्राप्ति कर सकदा है। ਜਿਹੜਾ हंकारी है हाथी वांग मस्त है अपनी ताकत दे नशे विच, ਉਹਨੂੰ रेत ही हासिल होवेगी, खंड नहीं मिलनी। कबीर जी कहंदे हर है खांड रेत मह बिखरी, हाथी चुनी ना जाए, कहे कबीर गुर भली बुझाई, कीटी होए कै खाए। गुरु ने मत दी है भी कीड़ी होना पैना है, निमरता विच आउणा पैना है, फिर नाम की प्राप्ति होवेगी। फिर परमेश्वर का नाम जो खंड वर्गा है, आनंदित करने वाला है, परम आनंद बख्शण वाला है, वो चखिया जा सकेगा। द लॉर्ड्स नेम इज़ लाइक अ शुगर ਸਕੈਟਰਡ ਇਨ ਦਾ ਸੈਂਡ। ਖਿਲਰਿਆ ਹੈ ਰੇਤ ਵਿੱਚ ਖੁਦਾਇਆ ਦਾ ਨਾਮ ਜੋ ਖੰਡ ਵਰਗਾ ਹੈ। ਵਿਕਾਰਾਂ ਦੀ ਰੇਤ ਚੋਂ ਚਖਣਾ ਹੈ ਤੇ ਕੀੜੀ ਬਣ ਜਾ। ਹਾਥੀ ਹੋ ਕੇ ਨਹੀਂ ਚਖਿਆ ਜਾਣਾ, ਹਾਥੀ ਹੋ ਕੇ ਆਨੰਦ ਨਹੀਂ ਆਉਣਾ। ਸੋ ਇਹ ਗੁਰੂ ਸਾਹਿਬ ਸਾਨੂੰ ਸੋਝੀ ਬਖਸ਼ਦੇ ਨੇ। ਬਾਣੀ ਦਾ ਫਰਮਾਨ ਹੈ ਨਾ, ਲੱਖ ਘਾਟੀ ਉੱਚੋ ਘਨੋ ਚੰਚਲ ਚੀਤ ਬਿਹਾਲ, ਨੀਚ ਕੀਚ ਨਿਮਰਤ ਘਨੀ ਕਰਨੀ ਕਮਲ ਜਮਾਲ। ਕਹਿੰਦੇ ਮਨਮੁਖ ਬੰਦਾ ਹਾਥੀ ਬਣਿਆ ਰਹਿੰਦਾ ਹੈ, ਉੱਚਾ ਹੋ ਕੇ ਰਹਿੰਦਾ ਹੈ, ਹੰਕਾਰ ਵਿੱਚ ਰਹਿੰਦਾ ਹੈ ਤੇ ਦੁਖੀ ਹੀ ਹੁੰਦਾ ਹੈ। ਜਿਹੜਾ ਗੁਰਮੁਖ ਹੈ ਨਾ, ਗੁਰਮੁਖ ਉਹ ਚਿੱਕੜ ਵਾਂਗੂ ਨੀਵਾਂ ਹੋ ਕੇ ਰਹਿੰਦਾ ਹੈ। ਤੇ ਤੁਸੀਂ ਕਦੇ ਵੀ ਧਿਆਨ ਦਿਓ, ਉੱਚਿਆਂ ਪਹਾੜਾਂ ਤੇ ਕਮਲ ਦਾ ਫੁੱਲ ਪੈਦਾ ਨਹੀਂ ਹੁੰਦਾ, ਜਦੋਂ ਵੀ ਉੱਗੇਗਾ ਚਿੱਕੜ ਵਿੱਚ ਹੀ ਪੈਦਾ ਹੋਵੇਗਾ। ਸਤ ਸੰਤੋਖ ਦਇਆ ਧਰਮ ਜਿਹੜੇ ਮਹਾਨ ਗੁਣ ਨੇ, ਜੋ ਪਰਮੇਸ਼ਵਰ ਹੈ, ਜਿਹਦੀ ਸੁਗੰਧੀ ਕਮਲ ਵਰਗੀ ਹੈ, ਉਹ ਨਿਰਮਾਣਤਾ ਵਾਲੇ ਹਿਰਦੇ ਵਿੱਚ ਚਿੱਕੜ ਵਿੱਚ ਹੀ ਪੈਦਾ ਹੁੰਦਾ ਹੈ। ਉੱਚਿਆਂ ਕੋਲ ਰੱਬ ਨਹੀਂ ਹੁੰਦਾ, ਹੰਕਾਰੀਆਂ ਕੋਲ ਰੱਬ ਨਹੀਂ ਹੁੰਦਾ। ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾ ਮੈਂ, ਗੁਰਮੁਖਾਂ ਦੇ ਪਾਸ ਹੁੰਦਾ ਹੈ ਪਰਮੇਸ਼ਵਰ। ਸੋ ਇੱਥੇ ਨੀਵੇਂ ਹੋਣਾ ਪੈਂਦਾ ਹੈ। ਔਰ ਇਸ ਗੱਲ ਦਾ ਖਿਆਲ ਰੱਖੀ, ਜਿਨ੍ਹਾਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ, ਉਹਨਾਂ ਗੁਰਮੁਖਾਂ ਦਾ ਦੁਨੀਆ 'ਤੇ ਬੜਾ ਅਦਬ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਚਰਨ ਧੂੜ ਦੀ ਇਹ ਵਡਿਆਈ ਹੈ, ਜੇ ਕੋਈ ਮਸਤਕ ਨਾਲ ਲਾ ਲਵੇ ਨਾ, ਸਿੱਧਾ ਖੁਦਾ ਦੇ ਦਰ 'ਤੇ ਕਬੂਲ ਹੁੰਦਾ ਹੈ। ਹੋਏ ਪੈ ਖਾਕ ਫਕੀਰ ਮੁਸਾਫਰ, ਇਹੋ ਦਰਵੇਸ਼ ਕਬੂਲ ਦਰਾ। ਜਿਹੜਾ ਫਕੀਰਾਂ ਦੇ, ਮਹਾਂਪੁਰਸ਼ਾਂ ਦੇ, ਗੁਰਮੁਖਾਂ ਦੇ
ਚਰਨਾਂ ਦੀ ਖਾਕ ਹੋ ਗਿਆ। ਖੁਦਾ ਦੇ ਦਰ ਤੇ ਉਹ ਕਬੂਲ ਹੁੰਦਾ ਹੈ, ਉਹ ਪ੍ਰਵਾਨ ਹੁੰਦਾ ਹੈ। ਬਿਕਮਸ ਦਾ ਡਸਟ ਆਫ ਦਾ ਫੀਟ ਆਫ ਦਾ ਸੇਂਟਸ, ਸੰਤਾਂ ਦੇ ਚਰਨਾਂ ਦੀ ਧੂੜੀ ਬਣ। ਇਹ ਕਈ ਵਾਰ ਨਾ ਬੜੇ ਬੜੇ ਪ੍ਰੋਫੈਸਰਾਂ ਦੇ, ਇੰਗਲਿਸ਼ ਦੇ ਟੀਕਾਕਾਰਾਂ ਦੇ ਅਰਥ ਤੁਹਾਡੇ ਨਾਲ ਤਾਂ ਸਾਂਝੇ ਕਰਨੇ ਪੈਂਦੇ ਨੇ। ਕੁਤਰਕ ਕਰਨ ਵਾਲਾ ਬੰਦਾ ਉਹ ਸੰਗਤ ਨੂੰ ਇਉਂ ਦਰਸਾ ਦਿੰਦਾ ਵੀ ਜਿਹੜੇ ਸੰਪਰਦਾਵਾਂ ਦੇ ਵਿਦਵਾਨ ਹੁੰਦੇ ਨੇ ਨਾ, ਉਹ ਭਾਵਨਾ ਵਿੱਚ ਵਹਿ ਕੇ ਕਈ ਵਾਰ ਅਰਥ ਗਲਤ ਕਰਦੇ ਨੇ। ਤੋ ਨਾਲ ਫਿਰ ਵਿਦਵਾਨ ਜਿਹੜੇ ਦੁਨਿਆਵੀ ਕਾਲਜਾਂ ਦੇ ਪੜ੍ਹੇ ਨੇ, ਉਹਨਾਂ ਦੇ ਅਰਥ ਲੈ ਕੇ ਚੱਲਣਾ ਪੈਂਦਾ ਹੈ ਵੀ ਇਹੀ ਅਰਥ ਉਹਨਾਂ ਕੀਤੇ ਨੇ ਜਿਨ੍ਹਾਂ ਦੀ ਮੱਤ ਗੁਰਮਤੀਆਂ ਵਾਲੀ ਹੈ। ਇੰਗਲਿਸ਼ ਦੇ ਟੀਕਾਕਾਰ ਵੀ ਇਹੀ ਕਹਿੰਦੇ ਨੇ, ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਬਣ ਜਾ। ਔਰ ਜਿਹੜਾ ਧੂੜੀ ਬਣ ਜਾਂਦਾ ਹੈ, ਯੂ ਸ਼ੈਲ ਬੀ ਅਪਰੂਵਡ ਇਨ ਦਾ ਕੋਰਟ ਆਫ ਦਾ ਲਾਰਡ, ਖੁਦਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਉਹਨੂੰ ਪ੍ਰਵਾਨਗੀ ਮਿਲ ਜਾਂਦੀ ਹੈ। ਪ੍ਰਵਾਨ ਕੌਣ ਹੋਇਆ? ਜੋ ਕੁਸ਼ਾ ਦੇ ਗਲੀਚੇ ਵਰਗਾ ਬਣ ਗਿਆ, ਜੋ ਦੱਬ ਦੇ ਗਲੀਚੇ ਵਰਗਾ ਬਣ ਗਿਆ, ਜੋ ਨਿਰਮਾਣ ਹੋ ਗਿਆ, ਉਹੀ ਦਰਬਾਰ ਅੰਦਰ ਪ੍ਰਵਾਨ ਹੁੰਦਾ ਹੈ। ਜਿਹੜੇ ਹੰਕਾਰ ਵਿੱਚ ਰਹਿੰਦੇ ਨੇ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲਦੀ। ਅਗਲੇ ਸ਼ਲੋਕ ਵਿੱਚ ਮਹਾਂਪੁਰਸ਼ ਬਾਬਾ ਫਰੀਦ ਜੀ ਹੁਕਮ ਕਰਦੇ ਨੇ, ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ। ਇਹ ਜਿਹੜੀ ਖਾਕ ਹੈ ਨਾ, ਇਹ ਫਾਰਸੀ ਦਾ ਲਫ਼ਜ਼ ਹੈ, ਮਿੱਟੀ ਨੂੰ ਕਹਿ ਦਿੰਦੇ ਹਾਂ। ਇਹਨੂੰ ਨਿੰਦਿਆ ਨਾ ਕਰੋ। ਨਿੰਦਾ ਦਾ ਭਾਵ ਕੀ ਹੈ? ਦੋਸ਼ ਕਹਿਣ ਦੀ ਕਿਰਿਆ। ਗੁਣਾਂ ਵਿੱਚ ਵੀ ਦੋਸ਼ ਥਾਪ ਦੇਣਾ, ਕਿਸੇ ਦੇ ਚੰਗੇ ਕਰਮਾਂ ਨੂੰ ਵੀ ਮਾੜੇ ਕਹਿ ਦੇਣਾ, ਭਲੇ ਕਰਮ ਨੂੰ ਵੀ ਨੀਚ ਕਹਿ ਦੇਣਾ, ਫੁੱਲਾਂ ਨੂੰ ਕੰਡੇ ਕਹਿ ਦੇਣਾ। ਇਹ ਕੰਡਿਆਂ ਨੂੰ ਕੰਡੇ ਕਿਹਾ ਤੁਸੀਂ, ਇਹ ਸੱਚ ਹੈ, ਪਰ ਫੁੱਲਾਂ ਨੂੰ ਕੰਡੇ ਕਿਹਾ ਇਹ ਨਿੰਦਾ ਹੈ, ਪਾਪ ਹੈ। ਸੋ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ, ਕਿਤੇ ਬਹੁਤਾ ਸੱਚ ਸੱਚ ਕਰਦੇ ਨਿੰਦਾ ਹੀ ਨਾ ਕਰੀ ਜਾਇਓ। ਸਜ਼ਾ ਬੜੀ ਮਾੜੀ ਹੈ ਨਿੰਦਕ ਦੀ। ਜਦੋਂ ਧਿਆਨ ਨਾਲ ਪੜ੍ਹੋਗੇ ਨਾ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਭਵਨ। ਲੋਕ ਤੇ ਭਾਵੇਂ ਸਰੋਪੇ ਹੀ ਦੇਣ ਵੀ ਬੜਾ ਸੱਚ ਬੋਲਿਆ ਹੀ, ਗੁਰੂ ਨਾਨਕ ਕਹਿੰਦੇ ਮੂੰਹ ਕਾਲਾ ਕਰਾਂਗਾ ਤੇਰਾ ਇੱਥੇ ਵੀ ਤੇ ਪਰਲੋਕ ਵਿੱਚ ਵੀ। ਨਿੰਦਕ ਦੀ ਇਹ ਸਜ਼ਾ ਹੈ। ਸੋ ਸੁਚੇਤ ਰਹਿ ਕੇ ਗਲੂਏ ਤੇ ਕਾਬੂ ਰੱਖਿਆ ਕਰੋ, ਅਲਫਾਜ਼ ਕਾਬੂ ਵਿੱਚ ਰੱਖਿਆ ਕਰੋ, ਕਿਤੇ ਨਿੰਦਾ ਨਾ ਕਰ ਬੈਠੀਏ ਕਿਸੇ ਦੀ ਜਾਣੇ ਅਣਜਾਣੇ ਵਿੱਚ। ਕਹਿੰਦੇ ਖਾਕ ਨੂੰ ਨਾ ਨਿੰਦ, ਮਿੱਟੀ ਨੂੰ ਨਾ ਨਿੰਦ। ਇਹ ਖਾਕ ਵਰਗਾ ਹੋਰ ਕੌਣ ਹੈ? ਇਹਦੇ ਦੋ ਪੱਖ ਨੇ। ਇੱਕ ਪੱਖ ਤੇ ਇਹ ਹੈ ਵੀ ਮਿੱਟੀ ਨੂੰ ਮਾੜਾ ਕਿਉਂ ਕਹਿਣਾ, ਤੁਸੀਂ ਆਪ ਹੀ ਮਿੱਟੀ ਤੋਂ ਬਣੇ ਹੋ। ਅੱਜ ਮਿੱਟੀ ਪੈਰਾਂ ਥੱਲੇ ਹੈ, ਕਿਤੇ ਉੱਡ ਕੇ ਤੁਹਾਡੇ ਤੇ ਪੈ ਜਾਵੇ, ਰਮਾਲ ਜਿਹਾ ਲੈ ਕੇ ਝਾੜਦੇ ਹੋ। ਇੰਨੀ ਨਫ਼ਰਤ ਕਿਉਂ ਹੈ ਮਿੱਟੀ ਤੋਂ? ਜਦੋਂ ਕਬਰ ਵਿੱਚ ਪੈਣਾ ਹੈ, ਇਹ ਸਿਰ ਤੇ ਪੈਣੀ ਹੈ ਤੁਹਾਡੇ। ਸੋ ਬਹੁਤਾ ਮਿੱਟੀ ਨੂੰ ਨਾ ਨਿੰਦੋ। ਦੂਜਾ ਪੱਖ ਹੈ ਜਿਹੜੇ ਮਿੱਟੀ ਵਰਗੇ ਨਿਮਰਤਾਵਾਨ ਮਹਾਂਪੁਰਸ਼ ਨੇ, ਉਹਨਾਂ ਦੀ ਨਿੰਦਾ ਨਾ ਕਰੋ। ਉਹਨਾਂ ਵਰਗਾ ਉੱਚਾ ਕੋਈ ਵੀ ਨਹੀਂ ਹੈ। ਬਾਣੀ ਕਹਿੰਦੀ ਹੈ ਨਾ, ਆਪਸ ਕਉ ਜੋ ਜਾਣੈ ਨੀਚਾ ਸੋਊ ਗਨੀਐ ਸਭ ਤੇ ਉੱਚਾ। ਫਰੀਦ ਜੀ ਮਹਾਰਾਜ ਕਹਿੰਦੇ ਨੇ, ਮਿੱਟੀ ਵਰਗਾ ਹੋਰ ਕੌਣ ਹੈ? ਸਭ ਪੀਰ ਫਕੀਰ ਮਿੱਟੀ ਤੋਂ ਬਣੇ ਨੇ, ਮਹਾਂਪੁਰਸ਼ ਮਿੱਟੀ ਤੋਂ ਬਣੇ ਨੇ। ਮਿੱਟੀ ਦੀ ਬਰਾਬਰੀ ਕੌਣ ਕਰ ਸਕਦਾ ਹੈ? ਮਿੱਟੀ ਸਾਡਾ ਵਜੂਦ ਹੈ, ਮਨੁੱਖਤਾ ਦਾ ਵਜੂਦ ਹੈ। ਡੂ ਨਾਟ ਸਲੈਂਡਰ ਦਾ ਡਸਟ, ਨਾ ਇਹਦੀ ਨਿੰਦਾ ਕਰ। ਨਥਿੰਗ ਇਜ਼ ਐਜ਼ ਗ੍ਰੇਟ ਐਜ਼ ਡਸਟ। ਕਹਿੰਦੇ ਮਿੱਟੀ ਵਰਗੀ ਕਿਸ ਦੀ ਮਹਾਨਤਾ ਹੈ, ਖਾਕ ਵਰਗਾ ਕੌਣ ਉੱਚਾ ਹੈ? ਦੇਖੋ ਅੱਗੇ ਮਹਾਰਾਜ ਫਰੀਦ ਜੀ ਕਹਿੰਦੇ ਨੇ, ਜੀਵ ਦਿਆ ਪੈਰਾਂ ਤਲੇ ਮੋਇਆ ਉੱਪਰ ਹੋਏ। ਜਿਉਂਦੇ ਹਾਂ ਮਿੱਟੀ ਪੈਰਾਂ ਥੱਲੇ ਰਹਿੰਦੀ ਹੈ, ਬਣੇ ਵੀ ਅਸੀਂ ਮਿੱਟੀ ਤੋਂ ਹੀ ਹਾਂ। ਇੱਥੇ ਜਦੋਂ ਮੌਤ ਆ ਗਈ, ਅਸੀਂ ਕਬਰ ਵਿੱਚ ਹੋਣਾ ਹੈ ਤੇ ਮਿੱਟੀ ਪਾ ਕੇ ਕਬਰ ਪੂਰ ਦਿੱਤੀ ਜਾਣੀ ਹੈ। ਅੱਜ ਤਲੇ ਹੈ ਮਿੱਟੀ, ਹੇਠਾਂ ਹੈ ਮਿੱਟੀ, ਕੱਲ੍ਹ ਨੂੰ ਸਿਰ ਦੇ ਉੱਪਰ ਹੋਵੇਗੀ। ਜਦੋਂ ਮੌਤ ਆ ਗਈ, ਜਦੋਂ
मर गए। देखो मिट्टी की महानता बड़ी है। जिहड़ा बंदा बुढ़ा है ना, वो कुछ समा पहला जवान सी, ते जिहड़ा जवान है वो कुछ समा पहला बच्चा सी, ते जिहड़ा अज बच्चा है ना वो कुछ समा पहला मास का लोथड़ा सी मां दे गर्भ अंदर। ते जिहड़ा मास का लोथड़ा है गर्भ दे अंदर कुछ दिन पहला वो बिंद सी। बिंद असी बिंद तो ही बने आ ना। बिंद रक्त मिल पिंड सरिया, पौण पानी अग्नि मिल जीया। पिता दा पलीत कतरा ते माता दा रक्त, ਇਹਦੇ तो ही बने आ ना असी। मास का लोथड़ा बन तो पहला ये बिंद ही सी। कहंदे जिहड़ा बिंद है वो असल विच कुछ दिन पहला खून सी। खून ते जिहड़ा खून है वो कुछ दिन पहला खुराक सी। खुराक तो ही खून बनता है ना। ते जिहड़ी खुराक है ये कुछ दिन पहला मिट्टी सी। ये अनाज मिट्टी चों ही पैदा होया कि किधरों होरों आया है। ते बने असीं काहदे तों? फिर मिट्टी तो। वजूद साडा की है? खुराक। बाणी कहंदी है ना, इस माटी मैं पमन समाया, झूठा परपंच जोर चलाया। ये झूठी जी मिट्टी विच अपनी जोत प्रवेश करा के परमात्मा ने यह परपंच रचिया है। मिट्टी विच पमन पा करके, श्वास पा करके इस पुतले नूं चलदा बनाया है। मिट्टी तो असीं बने हैं। हुण वजूद तो चल पो, मिट्टी तो खुराक चली, खुराक तो खून बनया, खून तो बिंद बनया, बिंद तो मास का लोथड़ा बनया, मास के लोथड़े तो बच्चा बनया, बच्चे तो जवान, जवान तो बुढ़ा बनया, ते बुढ़ा फिर मिट्टी विच मिल गया। वजूद विच बुढ़ा मिल गया, मिट्टी आखिर मिट्टी विच मिल गई। बाणी कहंदी है, पुत्री तेरी बिद कर थाटी, जान सत कर होएगी माटी। ये ठीक है, परमात्मा रूपी कारीगर ने मिट्टी नूं बड़ा सुंदर बना दिता है, पर क्यों भुल जाना है मिट्टी दियां मूरतां मिट्टी ही रह जांदियां ने। तू एक दिन मिट्टी होना है। इस तो पहला कि तू मिट्टी हो जावें, मिट्टी विच अभेद हो जावें, मूल समल हो, अचेत गवारा इतने को तुम क्या गर्भे। अपने मूल नूं पहचान, जिसने ये जोत तेरे अंदर टकाई है, उसकी पहचान कर। कादा गर्भ करदा है? इस मिट्टी का। जोत खिंच लई ते ये मुट्ठी पर फुल रह जाने ने। ते कहंदे इनू निंद भी ना, तेरा वजूद है मिट्टी, इन्नी नफरत भी ना कर। बहुता झाड़न झाड़न करदा रहना है ना। माड़ी जी मिट्टी पै जे ते 100-150 का रमाल कढ़दा जेब चों भी झाड़ लवां छेती दे नाल। जोड़े ते मिट्टी पै गई, कपड़ियां ते मिट्टी पै गई। बाबा फरीद कहंदे वेखांगे जदों कबर विच होया फिर किहड़ा मिट्टी झाड़दा है तेरी। भाव निमरता विच रहना सिख, गर्भ ना कर, हंकार ना कर, ते खाक नूं निंदना छड्ड दे। बापू गुरु नानक साहिब ने बड़ा वडियाया खाक नूं। पवन गुरु पाणी पिता माता धरत महत, दिवस रात दोए दाई दाया खेलै सगल जगत। मां क्या है धरती नूं? क्यों? धरती का बिरद मां वर्गा बख्शिंदा है। मां वर्गी धरती हुंदी है, क्योंकि मां का सुभाव है खिमा कर देनी, ते धरती भी कुछ ऐसी है। मां नूं मंदा चंगा भी बोलीए तो बच्चे नूं दुध दिंदी है। धरती नूं लख तुसीं पुੱਠੋ तुहानूं अनाज दिंदी है। तो धरती नूं सांभ के रखना चाहिए, इहदा अदब करना चाहिए है। फल फुल लाओ, इस धरती नूं हरियावलता दे नाल शरसार रखो, रुख ना कटो, रुखां दा खुरा खोजना मिटाओ, प्रकृति नाल ना खेडो, इस प्रकृति का अदब करो। एक रुख कटिया है तो 10 रुख लाओ। ऑक्सीजन नूं मेनटेन करते हैं, कार्बन डाइऑक्साइड इन्हां दा भोजन है। आ दिल्ली वर्गे शहरां विच ऑक्सीजन की कमी आ जाती है। कारण की है? प्रकृति नाल खेडते हैं, फैक्ट्रियां वध गईयां, रुख कट कट असीं सुट्टी जा रहे हैं। सो ये धरती का अदब करो, धरती का सत्कार करो, धरती नूं हरी भरी रखो। खैर फरीद जी कहंदे धरती नूं निंदो ना, इहदा अदब करो, इहदा सत्कार करो।
ਅਖੀਰ ਅਸੀਂ ਇਸੇ ਖਾਕ ਦੇ ਵਿੱਚ ਹੀ ਮਿਲਣਾ ਹੈ। ਅੱਗੇ ਫਰੀਦ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਜਾ ਲੱਭਤਾ ਨੇਹੋ ਕਿਆ, ਲੱਭਤਾ ਕੂੜਾ ਨੇਹੋ। ਸਾਡਾ ਦੁਨੀਆ ਨਾਲ ਜਿਹੜਾ ਰਿਸ਼ਤਾ ਹੈ ਨਾ, ਇੱਕ ਹੱਥ ਲੈਣਾ ਤੇ ਇੱਕ ਹੱਥ ਦੇਣਾ, ਇਹ ਸੁਭਾਅ ਹੈ ਸਾਡਾ। ਮੈਂ ਤੇਰੀ ਮਦਦ ਫਿਰ ਕਰਾਂਗਾ, ਬਦਲੇ ਮੈਨੂੰ ਕੀ ਮਿਲੇਗਾ। ਉਹ ਜਿੱਦਾਂ ਦੁਨੀਆ ਨਾਲ ਵਰਤਦੇ ਰਹੇ, ਰੱਬ ਨਾਲ ਵੀ ਉੱਦਾਂ ਦੀ ਵਰਤੋਂ ਸ਼ੁਰੂ ਕਰ ਲਈ ਅਸੀਂ। ਹਜੇ ਕਿ ਸਭ ਕੁਝ ਦਿੱਤਾ ਰੱਬ ਦਾ ਸੀ। ਬਾਬਾ ਜੀ ਕਾਕੇ ਨੂੰ ਚੰਗੀ ਨੌਕਰੀ ਦਿਓਗੇ ਤੇ ਬੰਗਲਾ ਸਾਹਿਬ ਸੁਖਮਣੀ ਸਾਹਿਬ ਦਾ ਪਾਠ ਕਰਾਵਾਂਗੇ, ਅਖੰਡ ਪਾਠ ਸਾਹਿਬ ਕਰਵਾਵਾਂਗੇ। ਸ਼ਰਤਾਂ ਰੱਖਦਾ ਹੈ, ਅਖੰਡ ਪਾਠ ਸਾਹਿਬ ਕਰਵਾ, ਸੁਖਮਣੀ ਸਾਹਿਬ ਕਰਵਾ, ਤੇ ਇਹ ਕਿਹਾ ਕਰ ਮਹਾਰਾਜ ਚੜ੍ਹਦੀ ਕਲਾ ਰੱਖੋ, ਸ਼ਰਤਾਂ ਨਾ ਲਾਇਆ ਕਰ। ਅੱਗੇ ਜੋ ਕੁਝ ਦਿੱਤਾ ਹੈ ਉਹ ਵੀ ਤੇ ਇਸੇ ਨੇ ਦਿੱਤਾ ਹੈ ਨਾ। ਰੱਬ ਨਾਲ ਵੀ ਸ਼ਰਤਾਂ ਲਾਉਂਦੇ ਨੇ, ਕਹਿੰਦੇ ਇਹ ਹੈ ਲੱਭ, ਇਹ ਹੈ ਲਾਲਚ, ਜਿਸ ਕਰਕੇ ਗੁਰੂ ਦੇ ਦਰ ਤੇ ਆਏ। ਇਹ ਜਿਹੜਾ ਲੋਭ ਹੈ ਨਾ, ਲਾਲਚ ਹੈ, ਜਿਹਦੇ ਕਾਰਨ ਤੂੰ ਆਪਣੇ ਮੁਰਸ਼ਦ ਦੇ ਗੁਰੂ ਦੇ ਦਰ ਤੇ ਆਉਣਾ ਹੈ ਤੇ ਦਾਵਾ ਕਰਦਾ ਹੈ ਤੈਨੂੰ ਨੇਹੋ ਹੈ, ਤੈਨੂੰ ਪਿਆਰ ਹੈ ਗੁਰੂ ਦੇ ਨਾਲ। ਪਿਆਰ ਪਿਊਰ ਤੈਨੂੰ ਕੁਝ ਨਹੀਂ ਹੈ, ਇਹ ਕੂੜਾ ਨੇਹੋ ਹੈ, ਇਹ ਝੂਠਾ ਨੇਹੋ ਹੈ, ਇਹ ਅਸੱਤਿਆ ਹੈ ਤੇਰਾ ਪਿਆਰ, ਇਹ ਰਹਿਣ ਵਾਲਾ ਨਹੀਂ ਹੈ ਤੇਰਾ ਪਿਆਰ, ਕਿਉਂਕਿ ਤੂੰ ਮਤਲਬ ਪ੍ਰਸਤ ਹੈ। ਤੂੰ ਦਾਤ ਮੰਗੀ ਤੈਨੂੰ ਮਿਲ ਗਈ। ਸਰਬ ਇੱਛਾਵਾਂ ਦੀ ਪੂਰਤੀ ਅੱਜ ਤੱਕ ਕਿਸੇ ਰਹਿਬਰ ਮਹਾਂਪੁਰਸ਼ ਦੀ ਵੀ ਨਹੀਂ ਹੋਈ। ਰੱਜਿਆ ਉਹ ਹੈ ਜਿਹਨੂੰ ਸੰਤੋਖ ਆ ਗਿਆ, ਨਹੀਂ ਤੇ ਅੱਗ ਜਿਹੜੀ ਹੈ ਨਾ, ਉਹ ਲੱਕੜਾਂ ਨਾਲ ਕਦੇ ਵੀ ਨਹੀਂ ਰਚਦੀ। ਇੱਕ ਭਿਖਾਰੀ ਸੀ, ਦਿਹਾੜੀ ਕਰਦਾ, ਕੱਲ ਨੂੰ ਰਾਜਾ ਬਣ ਜਾਵੇ, ਕੀ ਰੱਜ ਗਿਆ ਹੈ? ਨਹੀਂ। ਉਹ ਕਹਿੰਦਾ ਇੱਕ ਦੇਸ਼ ਦਾ ਬਣਿਆ ਸਾਰੀ ਦੁਨੀਆ ਜਿੱਤਣੀ ਹੈ। ਮਾਇਆ ਨਾਲ ਰੱਜ ਨਹੀਂ ਆਉਂਦਾ। ਰੱਬ ਦੀ ਬੰਦਗੀ ਕਰਦਿਆਂ ਜਦੋਂ ਵਜ੍ਹਾ ਦੁਨੀਆ ਦਾ ਲਾਲਚ ਹੋਵੇ ਨਾ, ਸੰਸਾਰ ਦੀ ਪ੍ਰਾਪਤੀ ਹੋਵੇ, ਇਹ ਪਿਆਰ ਕੂੜਾ ਹੈ, ਅਸਲ ਪਿਆਰ ਨਹੀਂ ਹੈ। ਜੇ ਤੇ ਇੱਛਾ ਦੀ ਪੂਰਤੀ ਹੋ ਗਈ ਤੇ ਆਪਾਂ ਗੁਰੂ ਘਰ ਆਉਣਾ ਹੈ, ਮੁਰਸ਼ਦ ਦੇ ਦਰ ਤੇ ਆਉਣਾ ਹੈ। ਨਾ ਪੂਰਤੀ ਹੋਈ ਤੇ ਹੋਰ ਘਰ ਲੱਭ ਲੈਣਾ ਅਸੀਂ। ਇਹ ਤੇ ਇੱਦਾਂ ਹੈ, ਕਿਚਰ ਝੱਤ ਲੰਘਾਈ ਐ, ਛੱਪਰ ਟੁੱਟੈ ਮੇਹੋ। ਕਹਿੰਦੇ ਜਦੋਂ ਕਿਸੇ ਛੱਪਰ ਥੱਲੇ ਬੈਠੀਏ ਨਾ, ਛੱਪਰ ਹੋਵੇ ਟੁੱਟਾ, ਉਹ ਜਿੰਨਾ ਕੁ ਸਮਾਂ ਛੱਪਰ ਥੱਲੇ ਲੰਘ ਜਾਂਦਾ ਹੈ ਤੇ ਆਪਾਂ ਛੱਪਰ ਥੱਲੇ ਬਹਿੰਦੇ ਆ, ਤੇ ਜਦੋਂ ਛੱਪਰ ਚੋਣ ਲੱਗ ਪਵੇ ਨਾ, ਸਾਡੀ ਮੁਰਾਦ ਨਾ ਪੂਰੀ ਹੋਵੇ, ਉਹ ਵਰਖਾ ਨੂੰ ਨਾ ਰੋਕ ਸਕੇ, ਤੇ ਅਸੀਂ ਉੱਠ ਕੇ ਤੁਰ ਪੈਂਦੇ ਹਾਂ, ਛੱਪਰ ਨੂੰ ਛੱਡ ਜਾਂਦੇ ਹਾਂ। ਰੱਬ ਨਾਲ ਅਸੀਂ ਇੱਦਾਂ ਦੀ ਸੌਦੇਬਾਜ਼ੀ ਕਰਦੇ ਹਾਂ। ਜਿੰਨਾ ਚਿਰ ਤੇ ਗਰਜ਼ ਪੂਰੀ ਕਰਦਾ ਹੈ, ਅਰਦਾਸ ਪੂਰੀ ਹੁੰਦੀ ਗਈ, ਅਸੀਂ ਗੁਰੂ ਘਰ ਆਉਣਾ ਹੈ। ਤੇ ਜਿਸ ਦਿਨ ਅਰਦਾਸ ਨੂੰ ਅਮਲੀ ਜਾਮਾ ਨਾ ਪਹਿਨਾਇਆ ਉਸਨੇ, ਤੇ ਅਸੀਂ ਦੌੜ ਜਾਂਦੇ ਹਾਂ। ਇਹ ਕਿੰਨਾ ਕੁ ਸਮਾਂ ਇਹ ਨੇ ਰਵੇਗਾ? ਇੱਕ ਨਾ ਇੱਕ ਦਿਨ ਕਹਿੰਦੇ ਇਹ ਨੇ ਝੜ ਜਾਣਾ ਹੈ। ਗਰਜ਼ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ, ਕਦੇ ਵੀ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ। ਲੋਭ ਕੀ ਹੈ? ਜਦੋਂ ਆਉਣਾ ਗੁਰੂ ਕੋਲ ਕੁਝ ਲੈਣ ਹੀ ਆਉਣਾ, ਕੁਝ ਮੰਗਣ ਹੀ ਆਉਣਾ, ਦੁਨਿਆਵੀ ਪਦਾਰਥ ਮੰਗਣੇ। ਪ੍ਰੇਮ ਕੀ ਹੈ? ਜਦੋਂ ਵੀ ਆਉਣਾ ਸ਼ੁਕਰਗੁਜ਼ਾਰ ਹੋ ਕੇ ਆਉਣਾ ਵੀ ਤੇਰਾ ਦਿੱਤਾ ਔਕਾਤ ਨਾਲੋਂ ਵੱਧ ਹੈ। ਇਹ ਜਿਹੜਾ ਮੰਗਣ ਆਉਣੇ ਆ, ਇਹ ਵਪਾਰ ਕਰਨਾ ਹੈ। ਤੇ ਕਹਿੰਦੇ 99% ਦੁਨੀਆ ਵਪਾਰ ਕਰਦੀ ਹੈ, ਨੇ 1% ਲੋਕ ਹੀ ਕਰਦੇ ਨੇ। ਕੋਟ ਮਧੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਉਹਾਰੀ। ਕਰੋੜਾਂ ਚੋਂ ਇੱਕ ਆਦੀ ਸੇਵਕ ਹੁੰਦਾ ਹੈ, ਬਾਕੀ ਤੇ ਸਾਰੇ ਸੌਦੇਬਾਜ਼ ਹੀ ਆਉਂਦੇ ਨੇ ਗੁਰੂ ਦੇ ਦਰ ਤੇ। ਮਸਜਿਦਾਂ ਵਿੱਚ, ਮੰਦਰਾਂ ਵਿੱਚ ਸਭ ਸੌਦਾ ਕਰਨ ਆਉਂਦੇ ਨੇ। ਆਊਟ ਆਫ ਮਿਲੀਅਨਸ ਹਾਰਡਲੀ ਐਨੀਵਨ ਇਜ਼ ਅ ਸਰਵੈਂਟ ਆਫ ਦਾ ਲਾਰਡ, ਆਲ ਅਦਰਸ ਆਰ ਮੇਅਰ ਟ੍ਰੇਡਰਸ। ਬਾਕੀ ਵਪਾਰੀ ਆਏ ਨੇ ਇੱਥੇ। ਤੇ ਜਿੰਨਾ ਚਿਰ ਗਰਜ਼ ਪੂਰੀ ਹੋਈ ਅਸੀਂ ਸਿਰ ਝੁਕਾਉਣੇ ਆ, ਜਦੋਂ ਗਰਜ਼ ਨਹੀਂ ਪੂਰੀ ਹੁੰਦੀ ਅਸੀਂ ਵਾਪਸ ਦੌੜ ਜਾਂਦੇ ਆ। ਮੇਰੇ ਠਾਕਰ ਰੱਖ ਲੇਵੋ ਕਿਰਪਾਧਾਰੀ, ਮੈਨੂੰ ਰੱਖ ਲੈ, ਮੇਰੇ ਤੇ ਕਿਰਪਾ ਕਰ, ਮੈਂ ਇੱਦਾਂ ਦਾ ਇਨਸਾਨ ਨਾ ਬਣਾ, ਮੈਂ ਤੇਰੀ ਮੰਗ ਰੱਖਾਂ। ਇੱਕ ਬੜਾ ਸੁੰਦਰ ਬਚਨ ਹੈ ਸ਼ਾਇਰ ਦਾ, ਉਹ ਕਹਿੰਦਾ ਖੋਨੇ ਕੀ ਦਹਿਸ਼ਤ और पाने की चाहत ना होती तो ना खुदा होता कोई,
और ना इबादत होती। पदार्थां की प्राप्ति की इच्छा प्राप्त हो गए तो हथों निकल जाण दा ये जिहड़ा गम है ये ना हुंदा ते शायद कोई रब नूं मनदा ही ना। कहिंदे लोग रब है ही नहीं है, लालच करके रब नूं मनदे हैं। जो मिल जाता है उहदी साਂਭ संभाल रख सकीए तां रब नूं मनदे। इहनूं कहंदे ने दात प्यारी विसरिया दातारा। दात प्यारी है, जिहड़ियां दातां दित्तियां गुरु पातशाह परमेश्वर ने, पुत्र धीआं साग संबंधी दौलतां शौहरतां पैसा परमात्मा दा दित्ता सी। परमात्मा नूं भुल के दात नाल ही प्यार पाई बैठे। ये लब है, ये लोभ है। परमात्मा एक ना एक दिन ये दातां ते खो ही लैंदा है, फिर नंग रह जाने हैं, खाली हो जाने हैं, सखणे हो जाने हैं। रब दा वास्ता जे मंगना है तो परमात्मा नूं मंगिया करो। बाजार अंब लैण गए तुसीं, 2-4 किलो लिआंदे, अज मुक गए, भलक मुक गए। रोज़ रोज़ जाओगे, झोली अड्डोगे, लैके आओगे। जे घर ही पेड़ लगा होवे ते अपने तोड़ तोड़ खाओ, आनंद लो। परमात्मा मंगिया करो। जिथे परमेश्वर प्रगट हो गया, जिथे दातार प्रगट हो गया, उत्थे दातां दी कमी नहीं। जेड़े महल विच राजा रहिंदा है उत्थे दातां दी कमी नहीं। ते जे राजा ही ना मंगिया, दातां ही मंगी गए। बिन सजाए जो निमख मैं सो अल्प सुख भनिए। वो सुख एक ना एक दिन मुक जाते ने। राम नाम बिन क्यों मन धीरा, लब लोभ अहंकार सो पीरा। अगर संतोख आया है किसी नूं ते परमात्मा दे नाम नाल आया है, नहीं तो तृष्णा की अग मिटी नहीं है। नाम दे छिट्टे ही इस भुख की अग नूं मिटाउंदे ने। अकल कला सच साच टिकावै, सो नर गर्भ जोन नहीं आवै। जेड़ा दातार नूं लोचदा है, प्रभु की सत्या नूं मनदा है, जेड़ा सच की प्राप्ति कर लैंदा है, सच ते अपने आप नूं टिका लैंदा है, मुक्त वो है। ही विल बी एमेंसिपेटेड। वो कदे भी जूना विच नहीं आउंदा। He will not enter into the womb of reincarnation। वो 84 ਲੱਖ ਜੂਨਾ ਵਿੱਚ नहीं ਆਉਂਦਾ। ਜਿਹੜਾ ਸੱਚ ਦੀ ਪ੍ਰਾਪਤੀ ਕਰ ਲੈਂਦਾ ਹੈ ਉਹ ਰੱਜ ਜਾਂਦਾ ਹੈ, ਉਹਨੂੰ ਸੰਤੋਖ ਆ ਜਾਂਦਾ ਹੈ, ਉਹਦਾ ਮੰਗਣਾ ਮੁੱਕ ਜਾਂਦਾ ਹੈ। ਸੋ ਐਸੀ ਪਾਕ ਬਾਣੀ ਬਾਬਾ ਫਰੀਦ ਜੀ ਦੀ ਹੈ। ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਸੰਗਤ ਨੇ ਖਿਮਾ ਕਰ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।